गुरु वाहिगुरु वाहिगुरु साहिब जी। आसा महला पंजवा। अनक भांत कर सेवा करिए, जियो प्राण धन आगे धरिए। पानी पखा करो तज अभिमान। अनक बार जाइए कुर्बान, साई सुहागन जो प्रभ पाए। तिसकै संग मिलो मेरी माई रहा। दासन दासी की पनहार, उनकी रेन बसै जी नाल। मते भाग तां पावो संग, मिलै स्वामी अपने रंग। जाप ताप देवो सब निमा, कर्म धर्म अर्पो सब होमा। गर्भ मोह तज होवो रेना, उनके संग देखो प्रभु नैन। निमक निमक एही आराधो, दिन सरैन ए सेवा सदो। पै कृपाल गोपाल गोबिंद, साध संग नानक बख्शंद। तन 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 जने आया, जिस प्रसाद सब जगत तराया। जन आवन का यह सुआव, जन के संग चित आवे नाम। आप मुक्त मुक्त करे संसार, नानक तिस जन को सदा नमस्कार। ज़हरा ज़हूर हाजरा हजूर, सर्व कला भरपूर समर्थ गुरु। लोक परलोक दे रखियक भगत वशल ज्ञान दे सागर गुरुआं दे गुरु। धन धन श्री गुरु ग्रंथ साहिब महाराज जी की पावन पवित्र गोद हजूरी दे विच गुरु शब्द दे नाल जुड़ बैठी जुड़ रही साध संगत जी बड़ भागे हाँ। गुरु साहब ने दया की है सानू बख्श के, साडे गुण अवगुण ना देखते हुए सानू अपने चरणों विच लै आंदा। गुण अवगुण मेरा किश ना विचारिया, बख्श लिया खिन माही। गुण अवगुण मेरा किश ना विचारिया, बख्श लिया खिन माही। गुरु साहब ने साडे ते मेहर कीती है, साडी उन्होंने अवगुण नहीं वेखे, फिर भी सानू कृपा करके उदम बख्शे, इशनान बख्शे बाणी द्वारा। और असी गुरु दी बाणी नू शब्द नू अपने मन नू कह दईए भी इशनान करवा रहे हाँ, जां ज्यों ज्यों असी सरवण करते हाँ बाणी कीर्तन कथा, मन का इशनान हुंदा है। शरीर के उपर ज्यों ज्यों पानी पाउंदे हाँ, शरीर का इशनान हुंदा है। मन नू ज्यों ज्यों बाणी सुनाउंदे हाँ, मन का इशनान हुंदा है। सो गुरु साहब जी कहते ने ये नाल फिर तन ते मन दोवें ही निहाल हुंदे ने।
ਤਨ ਤੇ ਮਨ ਦੋਵੇਂ ਹੀ ਨਿਰਮਲ ਹੁੰਦੇ ਨੇ। ਧਿਆਨ ਦੇਣਾ, ਮਨ ਵੀ ਨਿਰਮਲ ਚਾਹੀਦਾ ਤੇ ਤਨ ਵੀ। ਜੇ ਤਨ ਨਿਰਮਲ ਨਾ ਹੋਇਆ ਤੇ ਇਸ ਨੇ ਮਨ ਨੂੰ ਟਿਕਣ ਨਹੀਂ ਦੇਣਾ। ਜੇ ਮਨ ਨਿਰਮਲ ਨਾ ਹੋਇਆ ਤੇ ਇਹਨੇ ਤਨ ਨੂੰ ਬਹਿਣ ਨਹੀਂ ਦੇਣਾ। ਮਨ ਵੀ ਨਿਰਮਲ ਚਾਹੀਦਾ, ਤਨ ਵੀ ਸਾਫ਼ ਚਾਹੀਦਾ। ਦੋਵੇਂ ਚੀਜ਼ਾਂ ਹੋਣ ਤੇ ਕੰਬੀਨੇਸ਼ਨ ਬਣਦਾ ਤੇ ਫਿਰ ਜਾ ਕੇ ਜਿਵੇਂ ਇਹ ਲਾਈਟਸ ਜਗਦੀਆਂ ਪਈ ਨਾ, ਲਾਈਟਾਂ ਨੈਗੇਟਿਵ ਪੋਜ਼ੀਟਿਵ ਦੋ ਅਸੀਂ ਮੰਨਦੇ ਹਾਂ, ਤਾਰਾਂ ਮੰਨਦੇ ਹਾਂ। ਇੱਕ ਤਾਰ ਦੇ ਨਾਲ ਬਲਬ ਨਹੀਂ ਜਗਦਾ, ਦੋ। ਜੇ ਵੈਸੇ ਦੋ ਤਾਰਾਂ ਨੂੰ ਜੋੜ ਦਿੱਤਾ ਜਾਵੇ ਤਾਂ ਅੱਗ ਲੱਗ ਜਾਂਦੀ ਹੈ, ਸਪਾਰਕਿੰਗ ਹੁੰਦੀ ਹੈ। ਪਰ ਉਹ ਦੋ ਤਾਰਾਂ ਅਲੱਗ ਅਲੱਗ ਜਗ੍ਹਾ ਦੇ ਵਿੱਚ ਜਿੱਥੇ ਉਹਨਾਂ ਦਾ ਸਥਾਨ ਉੱਥੇ ਪ੍ਰੋਪਰ ਲਾ ਦਿੱਤੀਆਂ ਜਾਣ, ਉਹ ਫਿਰ ਰੌਸ਼ਨੀ ਕਰ ਦਿੰਦੀਆਂ ਹਨ, ਲਾਈਟ ਕਰ ਦਿੰਦੀਆਂ। ਮਤਲਬ ਤਾਰਾਂ ਸਹੀ ਜਗ੍ਹਾ ਜੁੜ ਜਾਣ ਅਤੇ ਲਾਈਟ ਕਰ ਦਿੰਦੀਆਂ ਨੇ। ਤਾਰਾਂ ਆਪਸ ਵਿੱਚ ਜੁੜ ਜਾਣ ਅਤੇ ਹਨੇਰਾ ਹੋ ਜਾਂਦਾ। ਤਾਰਾਂ ਆਪਸ ਵਿੱਚ ਜੁੜ ਜਾਣ, ਸਪਾਰਕਿੰਗ ਦੇ ਨਾਲ ਪਟਾਕੇ ਪੈ ਜਾਂਦੇ ਨੇ, ਟਰਾਂਸਫਾਰਮਰ ਸੜ ਜਾਂਦੇ ਨੇ ਅਤੇ ਸਾਰੇ ਪਾਸੇ ਹਨੇਰਾ ਹੋ ਜਾਂਦਾ। ਜੇ ਤਾਰਾਂ ਸਹੀ ਰਹਿਣ, ਆਪਣੀ ਆਪਣੀ ਜਗ੍ਹਾ ਫਿੱਟ ਰਹਿਣ ਅਤੇ ਰੌਸ਼ਨੀ ਹੀ ਰੌਸ਼ਨੀ ਨਗਰ ਨੂੰ, ਸ਼ਹਿਰ ਨੂੰ, ਘਰ ਨੂੰ ਮਿਲਦੀ ਹੈ। ਵੈਸੇ ਸੇਵਾ ਅਤੇ ਸਿਮਰਨ ਦੋ ਤਾਰਾਂ ਨੇ, ਮਨ ਅਤੇ ਤਨ ਵੀ ਦੋ ਤਾਰਾਂ ਨੇ। ਜੇ ਇਹਨਾਂ ਦਾ ਬੈਲੈਂਸ ਬਣਿਆ ਰਹੇ ਅਤੇ ਅੰਦਰ ਜਿਹੜਾ ਸ਼ਬਦ ਦਾ ਗਿਆਨ ਜਾਂ ਪ੍ਰਕਾਸ਼ ਹੈ ਉਹ ਚੱਲਦਾ ਰਹਿੰਦਾ। ਜਦੋਂ ਇੱਕ ਵੀ ਤਾਰ ਨਿਕਲਦੀ ਹੈ ਜਾਂ ਟੁੱਟਦੀ ਹੈ ਜਾਂ ਸਪਾਰਕ ਹੁੰਦੀ ਹੈ ਅਤੇ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਫਿਰ ਉਹ ਚੀਜ਼ ਨਹੀਂ ਆਉਂਦੀ ਜਿਹਨੂੰ ਸ਼ਾਂਤੀ ਜਾਂ ਖੁਸ਼ੀ ਕਹਿੰਦੇ ਨੇ। ਅਕਸਰ ਅਸੀਂ ਬੇਨਤੀ ਕੀਤੀ ਹੈ, ਜਿਹਦਾ ਜੋ ਸਿਮਰਨ ਔਰ ਸੇਵਾ ਹੈ, ਇਹਨਾਂ ਨੂੰ ਬਾਣੀ ਵਿੱਚ ਖੰਭ ਲਿਖਿਆ ਹੈ। ਅਤੇ ਜਿਹੜੇ ਪੰਛੀ ਹਨ, ਖਾਸ ਕਰਕੇ ਪੰਛੀ ਦੀ ਉਦਾਹਰਨ ਲੈਂਦੇ ਹਨ, ਉਹ ਦੋ ਖੰਭਾਂ ਦੇ ਸਹਾਰੇ ਹੀ ਉੜਦੇ ਨੇ। ਇੱਕ ਪਰ ਜਾਂ ਇੱਕ ਖੰਭ ਕਿਸੇ ਪੰਛੀ ਦਾ ਕੱਟ ਦਿੱਤਾ ਜਾਏ, ਉਹ ਆਕਾਸ਼ ਵਿੱਚ ਉਡਾਰੀ ਨਹੀਂ ਲਾ ਸਕਦਾ। ਜਿਸ ਦੇ ਜੀਵਨ ਦੇ ਵਿੱਚ ਇਕੱਲਾ ਸਿਮਰਨ ਹੈ, ਸੇਵਾ ਨਹੀਂ, ਜਾਂ ਜਿਸ ਦੇ ਜੀਵਨ ਵਿੱਚ ਇਕੱਲੀ ਸੇਵਾ ਹੈ, ਸਿਮਰਨ ਨਹੀਂ, ਉਹ ਵੀ ਮਨੁੱਖ ਰੂਪੀ ਪੰਛੀ ਜਿਹੜਾ ਹੈ ਆਤਮਕ ਉਡਾਰੀ ਨਹੀਂ ਮਾਰ ਸਕਦਾ। ਉਹ ਰੂਹਾਨੀਅਤ ਦੇ ਭੇਦ ਨਹੀਂ ਜਾਣ ਸਕਦਾ, ਨਹੀਂ ਜਾਣ ਸਕਦਾ। ਕਿਉਂਕਿ ਜਿਹੜਾ ਪ੍ਰੈਕਟੀਕਲ ਹੈ ਉਹਦੇ ਵਿੱਚੋਂ ਤਜਰਬਾ ਮਿਲਦਾ ਹੈ। ਜਿਹੜਾ ਪ੍ਰੈਕਟੀਕਲ ਹੈ ਉਹਦੇ ਵਿੱਚੋਂ ਤਜਰਬਾ ਮਿਲਦਾ ਹੈ। ਕੋਈ 1 ਘੰਟਾ ਕੰਮ ਕਰਕੇ ਵੇਖੇ, ਤਜਰਬਾ ਮਿਲਦਾ, ਸਰੀਰ ਨੂੰ ਤੰਦਰੁਸਤੀ ਮਿਲਦੀ ਹੈ। ਪਸੀਨਾ ਆਉਣ ਦੇ ਨਾਲ ਸਰੀਰ ਸਵਸਥ ਹੁੰਦਾ, ਮਤਲਬ ਤੰਦਰੁਸਤ ਹੁੰਦਾ। ਇਹਦਾ ਮਤਲਬ ਹੱਥਾਂ ਦੇ ਨਾਲ ਜਾਂ ਪੈਰੀਂ ਚੱਲ ਕੇ ਜਦੋਂ ਕੋਈ ਕਿਸੇ ਨੇ ਵਾਕ ਕੀਤੀ, ਦੂਰ ਗਿਆ, ਜਾਂ ਆਪਣੇ ਸਰੀਰ ਦਾ ਜ਼ੋਰ ਲਗਾਇਆ, ਉਸ ਦਾ ਸਰੀਰ ਖੁੱਲ੍ਹ ਗਿਆ ਅਤੇ ਤੰਦਰੁਸਤੀ ਨਿਕਲ ਕੇ ਬਾਹਰ ਆਈ। ਜਦੋਂ ਕਿਸੇ ਨੇ ਭਜਨ, ਸੇਵਾ, ਸਿਮਰਨ ਦੇ ਵਿੱਚ ਆਪਣੇ ਮਨ ਨੂੰ, ਤਨ ਨੂੰ ਲਾਇਆ, ਉਦੋਂ ਉਸ ਦੇ ਅੰਦਰੋਂ ਵੀ ਸਤਿਸੰਗ ਜੀ ਬਹੁਤ ਇੱਕ ਪਿਆਰਾ, ਉੱਚਾ ਸੁੱਚਾ ਜੀਵਨ, ਉੱਚੇ ਵਿਚਾਰ, ਚੰਗੀ ਬੋਲ ਬਾਣੀ, ਚੰਗੀ ਸ਼ਖਸੀਅਤ ਉੱਭਰ ਕੇ ਸਾਹਮਣੇ ਆਏਗੀ। ਕਿਹਦੇ? ਜਿਸ ਦੇ ਜੀਵਨ ਦੇ ਵਿੱਚ ਦੋਵੇਂ ਖੰਭ ਸੇਵਾ ਅਤੇ ਸਿਮਰਨ ਹੈ। ਸੋ ਉਹ ਮਨੁੱਖ ਆਪਣੀ ਜੀਵਨ ਦੀ ਯਾਤਰਾ ਜਿਹੜੀ ਹੈ ਬਹੁਤ ਪਿਆਰੀ, ਖੂਬ ਸਫਲ ਕਰ ਸਕਦਾ ਹੈ। ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਡਿਠੇ ਸਭ ਦੁੱਖ ਜਾਏ। ਧੰਨ ਧੰਨ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦਾ ਅੱਜ ਪ੍ਰਕਾਸ਼ ਦਿਹਾੜਾ ਹੈ। ਸੋ ਆਓ ਪਹਿਲਾਂ ਅਸੀਂ ਸ਼ਬਦ ਦੀ ਵਿਚਾਰ, ਜੋ ਲੜੀਵਾਰ ਸ਼ਬਦ ਹੈ, ਬਹੁਤ ਪਿਆਰਾ ਸ਼ਬਦ ਹੈ, ਨਾਲ ਹੀ ਥੋੜ੍ਹੇ ਜਿਹੇ ਪ੍ਰਮਾਣ ਜਿਹੜੇ ਨੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਜਿਵੇਂ ਸੇਵਾ ਲੈਣ। ਅੱਜ ਦਾ ਲੜੀਵਾਰ ਸ਼ਬਦ ਜਦੋਂ ਗੁਰੂ ਮਹਾਰਾਜ ਜੀ ਨੇ ਸਰਵਣ ਕਰਵਾਇਆ, ਮਹਾਰਾਜ ਜੀ ਕਹਿੰਦੇ ਪੰਜਵੇਂ ਪਾਤਸ਼ਾਹ, ਅਨਕ ਭਾਂਤ ਕਰ ਸੇਵਾ ਕਰੀ ਹੈ। ਮਹਾਰਾਜ ਜੀ ਕਹਿੰਦੇ ਭਈ ਮੇਰੇ ਪਿਆਰਿਓ,
मेरे पुत्रो मेरियो धीओ अनक भांत कर कई तरीकों दे नाल गुरु की सेवा करो, गुरु की सेवा करो। गुरु की सेवा पक्खा फेरी, पानी ढोवां, हर जन के पीसन पीस कमावां। जिवें वो जमाना सी उदों इलैक्ट्रॉनिक्स जिहड़ियां चीज़ां नहीं सन हुंदियां, पक्खे नहीं सन हुंदे। हर गुरुद्वारियां दे विच वड्डा पक्खा झल्लण दे लई हुंदा सी, हुण नहीं हन। जो संगत बैठदी हुंदी सी ते सेवादारां ने खलो के वड्डा पक्खा झल्लना। सो उस समय के मुताबिक लिखे पक्खा फेरी पानी ढोवां। उदों टूटी खोल के पानी नहीं सन आउंदे, खूहां तो लोग लैण जांदे सी। सतलुज, ब्यास, रावी, चनाब, जेलम इत्थों भरदे हुंदे सन, घड़ियां विच लिआउंदे हुंदे सन। ते चाहे कोई किधरे लंगर पकदा होवे, चाहे किसी ने घर लिआउणा, वो महल्ले विच पिंड विच सांझी जगह ते खूह हुंदा सी, उत्थों पानी लिआया जांदा सी। इस करके लिखिया भी पानी की गल की, पानी लिआउणा पैंदा सी, ऑटोमैटिक हुण नहीं आउंदा भी बाथरूम विच आपे ही हुंदा है, रसोई विच आपे ही हुंदा हर पासे। इस करके उदों इस तरह के साधन नहीं सन। इस करके बाणी विच ये उदाहरण दिती है, पक्खा फेरी पानी ढोवां। भी इस तरह की सेवा गुरु साहब जी कहते करनी चाहिए है। हर जन के पीसन पीस कमावां। तीजा वचन यह कीता, जिहड़ा कोई गुरु का प्यारा है, गुरु का दास है, उसकी महाराज जी कहते मैं कार करा, उसकी सेवा करा, उसकी सेवा करा। जे कोई गुरु का प्यारा है उसकी सेवा करा। वो किवें? उदाहरण लैने आ इतिहास विचों। माता गंगा के पति जिहड़े सी उहदे गुरु साहब सी आप गुरु अर्जन देव जी महाराज। उन्हां दी सेवा तो कर सकते सी, उन्हां दी सेवा करके उन्होंने सारिया चीज़ां सारे फल मिल सकते सन, उन्होंने सब कुछ प्राप्त हो सकता सी। पर गुरु साहब फिर भी हर जन के पीसन पीस कमाओ। वो अपने जन वल, अपने प्यारे वल क्यों भेजते हैं? ਇਹਦਾ भी कोई कारण होएगा। गुरसिखां वाल गुरु साहब क्यों भेजते हैं? सुखनी साहब की पंक्ति असीं पढ़ते हाँ, जो असीं दोबारा रिपीट करते हैं फिर सानूं पता लग जाता भी वाकई ये भी लिखिया, जिस वखर को लैन तू आया, जिस वखर को जिहड़ी चीज़ नूं लैन तू आया, राम नाम संतन कर पाया। वो गुरु दे कोलों सतपुरख कोई भी जिहड़ा गुरमुख प्यारा होवे, जिसने जिंदगी में कमाई की होवे, मेहनत की होवे, उहदे कोलों जिहड़ा है ये नाम या नाम की जिहड़ी बरकत है उहदे कोलों प्राप्त होंदी है। इस करके गुरु साहब जी कहते ने हर जन के पीसन पीस कमावा। गुरु दे इहदे विच अर्थ ही निकलदा भी रब दे प्यारियां दी सेवा, रब दे प्यारियां दी सेवा। तो दुनिया दे विच इस तरह चलदा है, जदों असीं गुरु ग्रंथ साहब दी कोल आउंदे हां, जां कोई मंदिर जांदा है, कोई मस्जिद जांदा है, कोई चर्च जांदा है, कोई किसी धर्म स्थान ते जांदा है, असीं ये समझ के बैठे हैं रब केवल उत्थे ही वसदा है, इस करके उत्थे ही सेवा करनी बनदी है। साडे मन विच ये ख्याल आ जांदा है भी उस स्थान दे उपर ही परम पिता परमात्मा रहिंदा है, उत्थे ही जाके सेवा करनी है, होर किधरे सेवा नहीं करनी। नहीं, महाराज जी कहते उत्थे भी करनी है, उत्थों सिक्ख्या लैके। गुरु ग्रंथ साहब जी जां कोई भी धर्म का बंदा है, अपने ग्रंथ कोलों सिक्ख्या लैके ते तुसी संसार विच विचरना है। संसार दे विच रहिंदियां होइयां गुरु साहब जी कहते विच दुनिया सेवक माई है, तां दरगाह बैसन पाई है। तुसी संसार दे विच रहिंदियां होइयां सेवा करनी है। किन्हां दी करनी है? लोड़वंदां दी करनी है, गरीबां दी करनी है, बेसहारा दी करनी है और इंसानियत दी सेवा करनी है। सानू केवल सेवा किधरे भी नहीं लिखिया भी गुरु घर दे विच करन नूं किहा,
गुरु घर दे विच भी करनी है और संसार दे विच, क्योंकि गुरु घर ते असीं बहुता समा रहिंदे ही नहीं। असीं ज़्यादा तो संसार दे विच रहिंदे हां। 2 घंटे रह लांगे, 3 घंटे रह लांगे सेवा विच, पाठ विच, कीर्तन विच, सुन विच, होर किन्ना कुछ चिर। बाकी 20, 21, 22 घंटे तो असीं संसार दे विच रहना। तो गुरु साहब जी कहते ने हर वेले सिमरन ते हर वेले सेवा की भावना चाहिए। तो हर वेले असीं गुरु घर ते बैठे नहीं रहना, जां असीं मंदिर मस्जिद ते बैठे नहीं रहना। इहदा मतलब संसार ही रब दा घर है, संसार ही रब दा घर है। और उत्थे ही महाराज जी कहते तू कर्म करना, उत्थे ही तू रब दे प्यारियां नूं मिल के उत्थों ही मैनू महाराज जी कहते प्रगट करना। जिन्हां न विसरे नाम से कन्हैया, भेद न जानो मूल साईं जिहा। दुनिया विच साईं दे प्यारे रहिंदे ने, गुरु साहब जी कहते उन्हां दी संगत करनी है। ध्यान देना, दुनिया दे विच बहुत रब दे प्यारे हन, दुनिया विच बहुत साईं लोग हन। देखो दुनिया विच संत महात्मा भी हन। सारी दुनिया सारे संत महात्मा नूं चंगा नहीं कहंदा। सारी दुनिया दे लोग सारे रब दे प्यारिआं नूं चंगा नहीं कहंदे। सारी दुनिया जिहड़ी है गुरु नानक महाराज जी नूं चंगा नहीं कहंदी। उस वेले दे लोग 10 पातशाहियां नूं चंगा नहीं सन कहंदे मनदे, वो वक्री गल है बाद विच। पर उस समय कोई भी भगतां नूं, गुरुआं नूं, रब दे प्यारिआं नूं, फकीरां नूं, साईआं नूं राजे जिहड़े ने वो बन के जेलों में सुट देंदे सन। जिवें जावर ने गुरु नानक महाराज जी नूं जेल विच डक दिता, कोई कसूर नहीं। सो दुनिया दे विच रब दा प्यारा हुंदा, पर रब दे प्यारे नूं कोई कोई समझदा जिस दी अख हुंदी है। मैं जिवें बेनती की करदा रहना भई रब दे प्यारे दी पहचान ओदा पहरावा नहीं है। जे तुसी कहो भी साधु फकीर संत गुरमुख, ओदी पहचान ओदे सोहणे कपड़े होणगे जां नीले पीले काले गेरुए रंग दे, वो निशानी नहीं है। ये निशानी सादगी जिस भेटत तरी है, जिस मिलिए मन होए आनंद सो सतगुर कहिए। जिस नूं मिलन दे नाल जीवन की सोच बदले, जिस नूं मिलन दे नाल जीवन विच तब्दीली आवे, जिस नूं मिलन दे नाल खुशी मिले, वो कोई भी होवे, किसी भी धर्म का होवे। महाराज जी कहते वो रब दा प्यारा है। ऐदां दे जे कोई प्यारा है, उसकी सेवा की बहुत वड्डा फल है। मैं किसी विद्वान नूं सुन रहा सी, बहुत सियाणे हो, उन्हें दसिया भी जे कोई किसी गुरसिख नूं रब दे प्यारे नूं एक पानी का ही गिलास कला पिला दिंदा ने, एक कला ही पानी का गिलास, वो जग दे नालों ज़्यादा फल है, एक जग दे नालों। ये बिल्कुल सही कहा। जे कोई किसी गुरसिख नूं पानी का गिलास ही पिला देवे, देखो जे किसी ने जग करना होवे कितना रुपया लगता है, फिर जाके पुन मिलता है, फिर जाके कर्म बनता है। तो जेकर कोई किसी रब दे वाहिगुरु दे प्यारे नूं एक पानी का गिलास पिला के ही उन्होंने जग जिन्ना फल मिल जाए जां उहदे तों वध फल मिल जाए, फिर होर की चाहिए। ਇਹਦਾ मतलब ਜਦੋਂ तक सानू इसका ज्ञान नहीं उदों तक सानू नहीं पता लगना। ਜਦੋਂ सानू ज्ञान हो गया तो फिर सानू सब कुछ पता लग जाना। जिवें गुरु नानक महाराज जी दे कोल कोई मुसलमान एक दुशाला लैके आया, ठंड सी तो गुरु साहब चौंकड़ा मार के बैठे ने, तो गुरु साहब नूं कहंदा मैं तुहानूं भेटा करनी। गुरु साहब जी कहंदे भी असीं दुशाले कित्थे लैके जांदे रहांगे, असीं तो तुरन फिरन वाले बंदे आ। तो कहते नहीं मैं तो सेवा करनी चाहुंदा, मेरी सेवा लेखे विच लगी गुरु साहब। तो गुरु साहब के लागे एक ठंड सी, एक कुकर जिहड़ा सी वो लम्मा पिया सी। महाराज जी कहंदे इहदे ते दे दे, तेरी सेवा लेखे विच लग गई।
तेरी सेवा लेखे विच लागी। और पंक्ति पढ़ते हैं ना भी सबना नूं कर दान, भी दान केवल बंदियां नूं नहीं लिखिया, पशु पंछियां जानवरां नूं पानी पियाना, उन्होंने चोगा पाना, उन्होंने रोटी खुआनी, चाहे गऊ है। पुराने जमाने में लोग बीबियां खुआंदियां हुंदियां सी प्रशादे, तो हुण भावें ये चीज़ां भुल चुकियां ने। रोटी तोड़ के भी कोठे के उपर सुट्टी जाती सी, जानवरां पंछियां नूं पाई जाती सी। मतलब ये भी एक कर्म है, ये भी एक सेवा है, ये भी एक भला है। सबना नूं करदान 68 तीरथ सगल पुन जी दया प्रवान, माघ मजन संग साधुआ धूड़ी करिश्ना, हर का नाम ध्याए सुन सबना नूं कर दान। इस करके क्योंकि जे कोई कहे भी मैं गुरु नानक महाराज जी नूं लंगर छकाउणा, ध्यान देना, जे कोई कहे मैं गुरु नानक महाराज जी नूं सोहना बस्तर पवाउणा, जदों वो शरीर करके सी लोग पवाउंदे सी, खुआउंदे सी। ते जे अज किसी ने छकाउणा होवे ते दसम पातशाह कह गए ने, दसम पातशाह जी मोहर ला गए ने, मेरे गुरसिखां नूं, मेरे प्यारिआं नूं, मेरे गरीबां नूं तुसीं ये प्रशादा, ये सेवा कर देनी मैनूं प्रवान होएगी। क्यों? महाराज जी ने उच्चारण कर दिता, खालसा मेरो पिंड प्राण, खालसा मेरी जान की जान, खालसा मेरो रूप है खास, खालसे मैं हूँ करूँ निवास। गुरु गोबिंद सिंह महाराज जी ने 10 पातशाहियां की जोत कहने ना, असीं 9वें पातशाह नूं कहने पिछले पातशाहियां की जोत है, 10वें पातशाह नूं कहने वो भी उन्हां दी जोत है पहले पातशाहियां दी, गुरु ग्रंथ साहिब जी नूं भी कहने असीं गुरुआं दी जोत है। तो गुरु गोबिंद सिंह जी ने कह दिता भी जिहड़ा खालसा है, जिहड़ा रब दे प्यारे ने, ये गरीब जिहड़े सिख ने, ये मेरा ही रूप है, मेरा इन्हां दे विच निवास ते वासा होएगा। जिसने मैनू खुश करना इन्हां नूं खुश कर लिओ, जिन्हें मैनू छकाउणा इन्हां नूं छका दिओ, जिन्हें मैनू पवाउणा इन्हां नूं पवा दिओ, मैं प्रवान कर लवांगा। ये तो वड्डी गल है। मैं उदाहरण दी गुरु नानक पातशाह की भी, उन्होंने तो कुकर के उपर दुशाला पवा के प्रवान कर लिया भी जे तू जानवर नूं भी सेवा कर दी, तेरी सेवा वो भी प्रवान है। जां बीबी राबिया का इतिहास पढ़ लेना, उन्होंने मक्के जाने की जरूरत नहीं पई सी, अल्लाह वो कोल आके दर्शन दे गया, क्योंकि उन्हें जानवरों की रक्षा की, उन्होंने पानी पियाया, उन्होंने पानी पियाया। जिवें अजकल गर्मियों का मौसम चलता है, पशु पंछियों को पानी पियाना, कोई उन्होंने चीज़ खुआनी, ये एक बहुत बड़ा कर्म है। सो सतगुरु जी अज के शब्द में यही दस रहे हैं भी अनक भांत कर सेवा करिए, भी सेवा करनी चाहिए है सारे तरीक़ों के नाल, एक तरीके दे नाल नहीं, एक तरीके दे नाल नहीं। सेवा करने के बहुत तरीके ने, जिन्नी कोई कर सकता है उन्नी ही, किसी वाल देख के नहीं भी उन्नी ज़्यादा की है तो मेरी कोलों ज़्यादा होई नहीं तो शायद मैं पिछे रह जाना। ध्यान देना, इस तरह नहीं है। जे कोई कौडी भी रखता हुंदा सी ते महाराज ने बाणी विच लिखिया उहदा तिल कौडी भी उन्ना ही प्रवान है जिसका लख दिता प्रवान। ध्यान देना, जे लख वाले की भावना नहीं, उहदे विच हंकार है, जे लख वाले दे विच मान है तो उहदे नालों पहलां तो कौडी भेंट करन वाले दा, जां मैं कहना एक दिन वाले दा बाणी कहंदी है वह प्रवान हुंदा है। पतत पावन हर बिरद सदाई एक तिल नहीं भन्ने घाले, उन्हां दी सेवा की प्रवान हो जाती है जो भावना नाल करते हैं, जो शरधा कर सेम दे गुरु पार उतारना। सो महाराज जी कहते शरधा प्रेम नाल सेवा की जाए। जियो प्राण धन आगे धरीए, अपनी जिंद नूं, अपने प्राणा नूं, अपने तन नूं, मन नूं, धन नूं, तन मन धन सब सौंप गुरु को हुक्म मनीए पाइए, गुरु के अगे रख देना चाहिए। मतलब रखने का मतलब ये नहीं भी घर दे विच जिन्ना समान है भी वो गुरुद्वारे लिया के किते रख देना, ये कहते नहीं। प्या घर दे विच होवे कहना महाराज तेरा है, प्या धन घर विच होवे ये कहना महाराज जी तेरा दिता। तो जदों महाराज जी तेरा हुक्म होवे असीं सेवा लई तैयार हाँ। मेरा तन भावें सारा दिन घर रहिंदा है, पर महाराज जी मन मेरा भावें मेरे तन दे विच मेरे घर रहिंदा है, पर फिर भी मैं तन मन जिहड़ा धन तुहानूं अर्पण नूं तैयार हाँ। तन मन धन सब सौंप गुरु को हुक्म मनीए पाइए।
सो महाराज जी कहते अपना प्राण अपना तन अपना धन गुरु दे अगे रखो। जियो प्राण धन अगे धरीए पानी पक्खा करो। कहते जल नाल सेवा, जिवें पहला मैं बेनती कर दी ही, पक्खा चलण दे नाल सेवा जां होर किसी किस्म की सेवा करके पानी पक्खा करो। तज अभिमान और मन दे विच अहंकार नहीं लियाना। ये भी गुरु साहब ने नाल ही कह दिता। ये नहीं कहना भी मैं सेवा करदा हाँ, मैं कीर्तन कथा सुनाउंदा हाँ। महाराज जी कहते जिदन तू कह दिता भगत ज्ञानी ठाकरे आगे तिल नहीं मानी। तिल जिन्ना भी प्रवान नहीं होएगा। जे तू ज्ञानी अपने आप को कह दिता, विद्वान कहते मैं विद्वान, तू ना कह, दुनिया कहे फिर है। जे कोई अपने आप को वड्डा कहे तो वड्डा नहीं बनता। वड्डा वो बनता जे कोई वड्डा कहे। जे कोई अपने आप को दुनिया दे विच स्थापित होना चाहता है, वो अपने आप नहीं हो सकता। दुनिया उसकी खूबी देख के कहे वाह जी वाह, दुनिया कहे वो गुण नूं देख के वाह जी वाह। ये विच गुण है। पैसों के नाल बंदा कुछ समय वास्ते मशहूर हो सकता है। पैसे दे नाल अपनी ताकत दे नाल दूसरे बंदे नूं थोड़े चिर दे लई रोब नाल जां किसी भी तरीके दे नाल अपने नाल जोड़ सकता है, जां उस नूं डरा सकता है, धमका सकता है, पर सदीवी नहीं। जो प्यार दे नाल किसी ते प्रभाव पएगा, वो अहंकार या माया दे नाल नहीं पएगा। इस करके जिहड़े दुनिया दे विच माया दे जोर नाल, ताकत दे जोर नाल दुनिया ते प्रभाव पाउंदे ने, वो प्रभाव उन्हां दा सदा नहीं रहिंदा। देखो साडे गुरु साहिबान होए, उन्हां दा प्रभाव अज तक है। तो जिहड़े उदों दे बादशाह होए, बादशाह बाबर हो गया, जहांगीर हो गया, जां मेन जिन्हां दे नाम आउंदे ने, औरंगजेब हो गया, ये होए तो गुरुआं दे समय ने, होए तो गुरुआं दे समय ने। पर गुरुआं दे जीवन का, गुरुआं दी सेवा का प्रभाव अज तक कायम है। तो कहते हैं जिदा औरंगजेब है, उसकी कबर के उपर जिहड़ा चिराग जगाउंदा ना, चिराग वो आउंदे जांदे यात्रियों को कहंदा 2 रुपये दे दिओ, 5 रुपये दे दिओ, 10 रुपये दे दिओ। औरंगजेब की मड़ी जां कबर ते चिराग तेल लियाउण वास्ते पैसे मंगदा। तो जिहड़े गुरुआं दे स्थान ने उत्थे की है, उत्थे मंगना नहीं पैंदा, उत्थे पदार्थ रुलदे फिरदे ने, पता ही नहीं लगता कित्थों किन्ना कुछ आ रहा है, तो लखां लोकी छकी जांदे ने। इहदा मतलब तां ही पंक्ति पढ़दे हुंदे आ ना भी नाम रहे हो साधु रहे हो गुरु गोबिंद। इस करके जिहड़े सच वाले सी वो रह गए, जिहड़े अहंकार वाले सी, पैसे वाले सी, जां पैसे का जोर दिखाउंदे हुंदे सी, वो चले गए। क्योंकि सच सदा ही रहिंदा है, सच नहीं कभी भी मुकदा। तो जिहड़ा हुंदा है जोर करन वाला, अहंकार करन वाला, उहदा प्रभाव सदीवी नहीं रहिंदा। उदों तक रहिंदा है जदों तक उहदा राज हुंदा, कुछ समय तक। बाद विच उसनूं कोई नहीं पुछदा। जिवें सरकारां बदल जांदी है ना, जो पहली सरकार बदल गई कोई नहीं पुछदा, सगों तो उन्होंने पिछे पै जाते हैं। तो जिहड़े नवीं कोई भी सरकार बनती है किसी भी पार्टी की, वो उन्हां कोल ताकत होंदी है, तो वो उन्होंने सारे ही उन्होंने अगे पिछे घुमाते हैं। सो इस करके वाहिगुरू एक ताकत है, मालिक एक ताकत है, सच्ची ताकत है, झूठी ताकत नहीं। इस करके महाराज जी कहते हैं सच्ची ताकत के अंदर अगे झुकना, जिहड़ी वो सच्ची ताकत है, वड्डी ताकत है, जिसनों कहते ने भी ज्ञान ध्यान किश कर्म न जाना, सार न जाना तेरी सब ते वड्डा सतगुरु नानक जिनका राखी मेरी, वड्डी हूँ वड्डा अपार तेरा मरतबा। उस ताकत के अगे जाके नमस्कार करनी। सो अनक बार जाइए कुर्बान, उस तो अपने इष्ट रब तो वार वार कुर्बान जावो। साई सुहागन जो प्रभ भाई, वो जीव इस्त्री महाराज जी कहते सुहागन होंदी है, जां वो जीव प्यारा लगता है गुरु नूं, वो भागां वाला हो जाता है। तिसके संग मिलो मेरी माई, सो मेरे ते मेहर होवे मेरे भाग जागण, मैं संगत विच बैठा ते उन्हां सुहागणा वांगू मैं भी सुहागण बना। मतलब उन्हां रब दे प्यारियां वांगू मैं भी प्रसन्न रवां। जिवें वो प्रसन्न रहिंदे ने, वो किद्दां प्रसन्न रहिंदे ने? वो संगत राही प्रसन्न रहिंदे ने।
ਦਾਸਨ ਦਾਸੀ ਕੀ ਪਨਹਾਰ। ਉਹਨਾਂ ਪਿਆਰਿਆਂ ਦੀ, ਉਹਨਾਂ ਦਾਸੀਆਂ ਦੀ ਮੈਂ ਸੇਵਾ ਕਰਾਂ, ਪਾਣੀ ਢੋਵਾਂ, ਮਤਲਬ ਉਹਨਾਂ ਦੀ ਚਾਕਰੀ ਕਰਾਂ। ਕੌਣ? ਜੋ ਜੁੜੀਆਂ ਹੋਈਆਂ ਜਾਂ ਜੁੜੇ ਹੋਏ ਨੇ। ਉਨ ਕੀ ਰੇਨ ਵਸੇ ਜੀ ਨਾਲ, ਅਤੇ ਉਹਨਾਂ ਰੱਬ ਦੀਆਂ ਰੂਹਾਂ ਦੇ ਚਰਨਾਂ ਦੀ ਧੂੜ ਮੈਂ ਆਪਣੀ ਜਿੰਦ ਨੂੰ ਬਣਾਈ ਰੱਖਾਂ। ਉਨ ਕੀ ਰੇਨ ਵਸੇ ਜੀ ਨਾਲ, ਉਹਨਾਂ ਦੇ ਚਰਨਾਂ ਦੀ ਧੂੜ ਮੇਰੀ ਜਿੰਦ ਦੇ ਨਾਲ ਬਣੀ ਰਹੇ। ਮੱਥੇ ਭਾਗ ਤਾਂ ਪਾਵੋ ਸੰਗ। ਸੋ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਦੇ ਮੱਥੇ ਦੇ ਭਾਗ ਖਰੇ ਹੁੰਦੇ ਨੇ, ਚੰਗੇ ਹੁੰਦੇ ਹਨ, ਮਾਥੇ ਭਾਗ ਤਾਂ ਪਾਵੋ ਸੰਗ, ਉਹਨਾਂ ਨੂੰ ਸੰਗਤ ਮਿਲ ਜਾਂਦੀ ਹੈ। ਮਿਲੇ ਸੁਆਮੀ ਆਪਣੇ ਰੰਗ, ਅਤੇ ਮਾਲਕ ਉਹਨਾਂ ਨੂੰ ਆਪਣੇ ਰੰਗ ਦੇ ਵਿੱਚ ਆਪਣੇ ਆਪ ਰੰਗ ਦਿੰਦਾ। ਸੁਹਾਗਣਾ ਦੀ ਸੰਗਤ ਕਰਨੀ ਚਾਹੀਦੀ ਹੈ। ਮਤਲਬ ਕਹਿੰਦਾ ਵੀ ਗੁਰੂ ਦੇ ਪਿਆਰਿਆਂ ਦੀ ਸੰਗਤ, ਸਤ ਸੰਗੀਆਂ ਦੀ ਸੰਗਤ ਕਰਨੀ ਚਾਹੀਦੀ ਹੈ। ਮਿਲੇ ਸੁਆਮੀ ਆਪਣੇ ਰੰਗ, ਫਿਰ ਸੁਆਮੀ ਮਿਲ ਜਾਂਦਾ ਅਤੇ ਆਪਣੇ ਰੰਗਾਂ ਦੇ ਵਿੱਚ ਮਿਲਾ ਲੈਂਦਾ। ਜਾਪ ਤਾਪ ਦੇਵੋ ਸਭ ਨੇਮਾਂ, ਅਤੇ ਗੁਰੂ ਸਾਹਿਬ ਜੀ ਸਾਰੇ ਤਰ੍ਹਾਂ ਦੇ ਜਾਪ ਤਾਪ ਉਸ ਨੂੰ ਬਖਸ਼ ਦਿੰਦੇ ਹਨ। ਜਿਹੜੇ ਜਾਪ ਤਾਪ ਜਿਹੜੇ ਨੇ ਕਈ ਸਾਧਨਾਂ ਦੁਆਰਾ ਕੀਤੇ ਜਾਂਦੇ ਨੇ, ਕਰਮ ਕਾਂਡਾਂ ਦੁਆਰਾ ਕੀਤੇ ਜਾਂਦੇ ਨੇ। ਇਹ ਕਰਮ ਕਾਂਡ ਜਾਂ ਹੋਰ ਚੀਜ਼ਾਂ, ਬਾਹਰੀ ਚੀਜ਼ਾਂ ਕਰਨ ਦੀ ਜ਼ਰੂਰਤ ਨਹੀਂ ਵੀ ਆਹ ਕਰੋ, ਆਹ ਕਰੋ, ਆਹ ਕਰੋ, ਆਹ ਕਰੋ, ਆਹ ਕਰੋ, ਉਹ ਕਰਨ ਦੀ ਜ਼ਰੂਰਤ ਨਹੀਂ। ਇਹ ਸਭ ਕੁਝ ਜਪ ਤਪ ਜਿਹੜੇ ਨੇ ਮਹਾਰਾਜ ਇੱਕ ਨਾਮ ਬਾਣੀ ਦੇ ਵਿੱਚ ਹੀ ਪਰੋ ਕੇ ਸਭ ਕੁਛ ਦੇ ਦਿੰਦਾ। ਕੋਈ ਫਾਲਤੂ ਕਰਮ ਕਰਨ ਦੀ ਜ਼ਰੂਰਤ ਨਹੀਂ। ਕਰਮ ਧਰਮ ਅਰਪੋ ਸਭ ਹੋਮਾ। ਸੋ ਸਾਰੇ ਮਿੱਥੇ ਹੋਏ ਧਾਰਮਿਕ ਕਰਮ, ਸੋ ਮਹਾਰਾਜ ਜੀ ਕਹਿੰਦੇ ਇਹ ਜਿਹੜੇ ਇਹ ਛੱਡ ਦੇਣੇ ਚਾਹੀਦੇ ਨੇ ਫਾਲਤੂ। ਗਰਭ ਮੋਹ ਤਜ ਹੋਵੋ ਰੇਨ, ਅਤੇ ਆਪਣੇ ਅੰਦਰ ਮੋਹ ਅਹੰਕਾਰ ਨੂੰ ਛੱਡ ਕੇ ਅਤੇ ਵਾਹਿਗੁਰੂ ਦੇ ਪਿਆਰਿਆਂ ਦੀ ਚਰਨਾਂ ਦੀ ਧੂੜ ਬਣ ਜਾਣਾ ਚਾਹੀਦਾ। ਗਰਭ ਮੋਹ ਤਜ, ਇਹ ਚੀਜ਼ਾਂ ਛੱਡ ਕੇ ਹੋਵੋ ਰੇਨ। ਕਿਹਦੀ ਰੇਨ ਹੋਣਾ? ਜਿਹੜੇ ਉਹਦੀ ਰੇਨ ਆਪ ਬਣ ਚੁੱਕੇ ਨੇ, ਜਿਹੜੇ ਉਹਦੀ ਰੇਨ ਆਪ ਬਣ ਚੁੱਕੇ ਨੇ। ਮਹਾਰਾਜ ਜੀ ਕਹਿੰਦੇ ਤੂੰ ਵੀ ਉਹਦੀ ਦਾਸਾਂ ਦੀ ਦਾਸਨ ਦਾਸ ਕਿਹਾ ਬਾਣੀ ਵਿੱਚ। ਜਿਹੜੇ ਰੇਨ ਧੂੜ ਬਣ ਚੁੱਕੇ ਨੇ ਉਹਨਾਂ ਦੇ ਚਰਨਾਂ ਦੀ ਧੂੜ ਜਿਹੜੀ ਤੂੰ ਪ੍ਰਾਪਤ ਕਰ, ਮਤਲਬ ਉਹਨਾਂ ਦੀ ਸੰਗਤ ਪ੍ਰਾਪਤ ਕਰ। ਹੋਰ ਧੂੜ ਕੋਈ ਮਿੱਟੀ ਨਹੀਂ। ਉਹਨ ਕਿਹਾ ਸੰਗ ਦੇਖੋ ਪ੍ਰਭ ਨੈਣ, ਉਹਨਾਂ ਦੀ ਸੰਗਤ ਕਰਕੇ ਹੀ ਅੱਖਾਂ ਦੁਆਰਾ ਤੂੰ ਉਹਨੂੰ ਵੇਖ ਸਕੇਂਗਾ। ਨਿਮਕ ਨਿਮਕ ਇਹੀ ਅਰਾਧੋ, ਮੈਂ ਦਿਨ ਰਾਤ ਉਸ ਦੀ ਸੇਵਾ ਕਰਦਾ ਰਹਾ। ਇਹ ਚਾਉ ਪੈਦਾ ਕਰ, ਦਿਨ ਸਰੈਣ ਇਹ ਸੇਵਾ ਸਾਧੋ। ਸੋ ਸਾਰਾ ਦਿਨ ਸਾਰੀ ਰਾਤ ਉਹਨੂੰ ਚੇਤੇ 'ਤੇ ਯਾਦ ਰੱਖਣਾ। ਭਏ ਕਿਰਪਾਲ ਗੋਪਾਲ ਗੋਬਿੰਦ, ਬਖਸ਼ਣਹਾਰ ਸੁਆਮੀ ਜਿਸ 'ਤੇ ਦਿਆਲੂ ਹੋ ਜਾਣ। ਸਾਧ ਸੰਗ ਨਾਨਕ ਬਖਸ਼ਿੰਦ। ਸੋ ਮਹਾਰਾਜ ਉਹਨਾਂ 'ਤੇ ਮਿਹਰ ਕਰਕੇ ਸੰਗਤ ਦੁਆਰਾ ਉਹਨਾਂ ਨੂੰ ਬਖਸ਼ ਲੈਂਦਾ ਹੈ। ਸੋ ਇਸ ਲੜੀਵਾਰ ਸ਼ਬਦ ਦੀ ਵਿਚਾਰ ਜੋ ਬੜੀ ਪਿਆਰੀ ਸੇਵਾ ਮਹਾਰਾਜ ਜੀ ਨੇ ਲਈ ਹੈ। ਅਸੀਂ ਵਿਚਾਰ ਕਰ ਰਹੇ ਸੀ ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ। ਸੋ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਸੋ ਉਹਨਾਂ ਦੀ ਸਿਫਤ ਸਲਾਹ ਚੰਦ ਮਿੰਟ ਗੁਰੂ ਹਰਿਕ੍ਰਿਸ਼ਨ ਮਹਾਰਾਜ ਸਾਹਿਬ ਜੀ, ਗੁਰੂ ਹਰਿਰਾਏ ਸਾਹਿਬ ਜੀ ਦੇ ਸੁਪੁੱਤਰ ਅਤੇ ਮਾਤਾ ਕ੍ਰਿਸ਼ਨ ਕੌਰ ਕੀਰਤਪੁਰ ਸਾਹਿਬ ਉਹਨਾਂ ਦਾ ਜਿਹੜਾ ਸੀ ਅਸੀਂ ਪ੍ਰਕਾਸ਼ ਕਹਿੰਦੇ ਹਾਂ। ਅੰਗਰੇਜ਼ੀ ਵਿੱਚ ਬਰਥ ਲਿਖਿਆ ਹੁੰਦਾ ਅਤੇ ਅਸਲ ਦੇ ਵਿੱਚ ਪ੍ਰਕਾਸ਼ ਹੁੰਦਾ ਜਾਂ ਅਵਤਾਰ ਹੁੰਦਾ। ਕੀਰਤਪੁਰ ਸਾਹਿਬ ਸ਼ੀਸ਼ ਮਹਿਲ ਜੋ ਗੁਰਦੁਆਰਾ ਸਾਹਿਬ ਹੈ ਨਹਿਰ ਦੇ ਕਿਨਾਰੇ, ਉੱਥੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ, ਗੁਰੂ ਹਰਿਰਾਏ ਸਾਹਿਬ ਜੀ ਦੇ ਛੋਟੇ ਬੱਚੇ ਉਹਨਾਂ ਦਾ ਪ੍ਰਕਾਸ਼ ਹੋਇਆ। ਸੋ ਬਚਪਨ ਦੇ ਵਿੱਚ ਹੀ ਐਸੀ ਉਹਨਾਂ ਦੀ ਤੇਜ ਬੁੱਧੀ, ਐਸਾ ਨੂਰ, ਐਸਾ ਜਲਾਲ ਔਰ ਐਸੀਆਂ ਉਹਨਾਂ ਦੀਆਂ, ਐਸੇ ਉਹਨਾਂ ਦੇ ਕੌਤਕ, ਐਸੀਆਂ ਉਹਨਾਂ ਦੀਆਂ ਦੇਖਣ ਵਾਲੀਆਂ ਚੀਜ਼ਾਂ, ਹਾਵ ਭਾਵ ਉਹਨਾਂ ਨੂੰ ਦੇਖ ਕੇ ਗੁਰੂ ਹਰਿਰਾਏ ਸਾਹਿਬ ਜੀ ਬਚਨ ਕਰਦੇ ਸੀ ਇਹ ਇਸ ਦੁਨੀਆ ਦੇ ਵਿੱਚ ਬਹੁਤ ਕੁਛ ਕਰਕੇ ਜਾਣਗੇ। ਥੋੜ੍ਹੀ ਉਮਰ ਦੇ ਵਿੱਚ ਹੀ ਬਹੁਤ ਕੁਛ ਕਰਕੇ ਜਾਣਗੇ। ਇਹ ਬੱਚਾ ਬਹੁਤ ਕੁਛ ਕਰਕੇ ਜਾਏਗਾ।
ਸੋ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਆਪਣੇ ਬਚਪਨ ਦੇ ਵਿੱਚ ਤਾਲੀਮ ਪ੍ਰਾਪਤ ਕਰਦੇ ਨੇ, ਆਪਣੇ ਮਾਂ ਬਾਪ ਦੀ ਗੁਰਮਤ ਵਾਲੀ ਸੰਗਤ ਤੋਂ ਗੁਰਮਤ ਪ੍ਰਾਪਤ ਕਰਦੇ ਨੇ, ਅੱਛੇ ਸੰਸਕਾਰ ਪ੍ਰਾਪਤ ਕਰਦੇ ਨੇ। ਔਰ ਉਹਨਾਂ ਦਾ ਜਿਹੜਾ ਵੱਡਾ ਭਾਈ ਹੁੰਦਾ ਉਹਨਾਂ ਤੋਂ ਥੋੜ੍ਹਾ ਜਿਹੜਾ ਵੱਡੀ ਉਮਰ ਦਾ ਹੁੰਦਾ, ਔਰ ਉਹ ਜਿਹੜਾ ਘਰ ਦੀਆਂ ਜ਼ਿੰਮੇਵਾਰੀਆਂ ਦੇ ਵਿੱਚ ਆਪਣਾ ਰੋਲ ਨਿਭਾਉਂਦਾ, ਮਤਲਬ ਅੱਗੇ ਹੋ ਕੇ ਵੱਡਾ ਭਰਾ ਹੋਣ ਦੇ ਨਾਤੇ। ਅਤੇ ਉਸ ਸਮੇਂ ਜਿਹੜਾ ਔਰੰਗਜ਼ੇਬ ਦਿੱਲੀ ਦੇ ਤਖ਼ਤ 'ਤੇ ਬੈਠਾ ਹੁੰਦਾ ਅਤੇ ਉਹਨੂੰ ਪਤਾ ਲੱਗਦਾ ਹੈ ਵੀ ਗੁਰੂ ਹਰਿਰਾਏ ਸਾਹਿਬ ਜੀ ਜੋ ਪਾਤਸ਼ਾਹ ਹਨ ਉਹਨਾਂ ਦਾ ਸੋ ਗੁਰੂ ਨਾਨਕ ਦੀ ਗੁਰਗੱਦੀ 'ਤੇ ਉਹਨਾਂ ਦਾ ਪਹਿਰਾ ਜਿਹਾ ਉਹ ਬੈਠੇ ਹੋਏ ਨੇ। ਉਹ ਅਕਸਰ ਗੁਰੂਆਂ ਨੂੰ ਆਪਣੇ ਕੋਲ ਦਿੱਲੀ ਬੁਲਾਇਆ ਕਰਦਾ ਸੀ। ਗੁਰੂ ਸਾਹਿਬ ਨੂੰ ਕਈ ਵਾਰ ਉਸਨੇ ਦਿੱਲੀ ਬੁਲਾਇਆ, ਗੁਰੂ ਸਾਹਿਬ ਗਏ ਨਹੀਂ। ਫਿਰ ਉਸਨੇ ਔਡਰ ਕੀਤਾ ਵੀ ਤੁਹਾਨੂੰ ਆਉਣਾ ਪਏਗਾ। ਜਦੋਂ ਔਡਰ ਹੋ ਜਾਵੇ ਸਰਕਾਰ ਦਾ ਫਿਰ ਉਹ ਮੰਨਣਾ ਪੈਂਦਾ। ਅਤੇ ਨਾਲੇ ਗੁਰੂ ਸਾਹਿਬ ਵਿੱਚ ਕਿਹੜੀ ਕੋਈ ਕਮੀ ਸੀ। ਉਹਨਾਂ ਨੇ ਆਪਣੇ ਸਪੁੱਤਰ 11 ਸਾਲ ਦੇ ਸਪੁੱਤਰ ਰਾਮ ਰਾਏ ਨੂੰ ਦਿੱਲੀ ਭੇਜ ਦਿੱਤਾ। ਬਹੁਤ ਸੰਖੇਪ ਦੇ ਵਿੱਚ ਮੈਂ ਬੇਨਤੀ ਕਰਦਾ, ਉੱਥੇ ਜਾ ਕੇ ਉਹਨਾਂ ਦਾ ਸਤਿਕਾਰ ਕੀਤਾ ਗਿਆ, ਕਿਉਂਕਿ ਰਾਮ ਰਾਏ ਦੇ ਵਿੱਚ ਬਹੁਤ ਜ਼ਿਆਦੀਆਂ ਕਹਿੰਦੇ ਸ਼ਕਤੀਆਂ ਸਨ, ਬਹੁਤ ਜ਼ਿਆਦਾ ਬਰਕਤ ਸੀ, ਬਹੁਤ ਜ਼ਿਆਦਾ ਉਹਨਾਂ ਦੀ ਮਤਲਬ ਭਜਨ ਕਹਿ ਦਈਏ ਜਾਂ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਨੂੰ ਰਿੱਧੀਆਂ ਸਿੱਧੀਆਂ ਹਸਨ। ਅਤੇ ਗੁਰੂ ਸਾਹਿਬ ਨੇ ਜਾਣ ਲੱਗੇ ਕਹਿ ਦਿੱਤਾ ਸੀ ਵੀ ਕੋਈ ਕਰਾਮਾਤ ਨਹੀਂ ਦਿਖਾਉਣੀ, ਪਰ ਉਹਨਾਂ ਨੇ ਉਹਨਾਂ ਦੇ ਪ੍ਰਭਾਵ ਵਿੱਚ ਆ ਕੇ ਕਰਾਮਾਤਾਂ ਵੀ ਦਿਖਾਈਆਂ ਔਰ ਉੱਥੇ ਜਾ ਕੇ ਗੁਰਬਾਣੀ ਦੀ ਪੰਕਤੀ ਨਾਲ ਵੀ ਛੇੜਛਾੜ ਕੀਤੀ, ਬਦਲੀ ਕੀਤਾ। ਇਸ ਤੋਂ ਮਹਾਰਾਜ ਜੀ ਜਿਹੜੇ ਸੀ ਉਹ ਬਹੁਤ ਨਾਰਾਜ਼ ਹੋਏ ਰਾਮ ਰਾਏ ਤੋਂ, ਔਰ ਰਾਮ ਰਾਏ ਨੂੰ ਨਾ ਮੱਥੇ ਲੱਗਣ ਦੀ ਇਹ ਹੁਕਮ ਜਾਰੀ ਕਰ ਦਿੱਤਾ। ਅਤੇ ਜਿਹੜੇ ਆਪਣੇ ਛੋਟੇ ਬੇਟੇ ਸੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ, ਉਹਨਾਂ ਨੂੰ ਗੁਰੂ ਨਾਨਕ ਦੀ ਗੁਰਗੱਦੀ ਦਾ ਤਿਲਕ ਜਿਹੜਾ ਛੋਟੀ ਉਮਰ ਦੇ ਵਿੱਚ ਲਾ ਦਿੱਤਾ। ਛੋਟੀ ਉਮਰ ਦੇ ਵਿੱਚ ਲਾਉਣ ਦਾ ਮਤਲਬ ਇਹ ਵੀ ਗੁਰੂ ਸਾਹਿਬ ਨੂੰ ਪਤਾ ਸੀ, ਗੁਰੂ ਹਰਿਰਾਏ ਸਾਹਿਬ ਨੂੰ, ਵੀ ਇਹਨਾਂ ਦੀ ਉਮਰ ਜਿਹੜੀ ਹੈ ਉਹ ਲੰਬੀ ਨਹੀਂ ਹੈ। ਗੁਰੂ ਹਰਿਰਾਏ ਸਾਹਿਬ ਨੂੰ ਪਤਾ ਸੀ ਮੇਰੇ ਬੇਟੇ ਹਰਕ੍ਰਿਸ਼ਨ ਦੀ ਉਮਰ ਇੰਨੀ ਲੰਬੀ ਨਹੀਂ ਹੈ, ਉਹਨਾਂ ਨੂੰ ਇਸ ਕਰਕੇ ਛੋਟੀ ਉਮਰ ਦੇ ਵਿੱਚ ਹੀ ਜ਼ਿੰਮੇਵਾਰੀ ਦੇ ਦਿੱਤੀ। ਅਤੇ ਉਸ ਜ਼ਿੰਮੇਵਾਰੀ ਨੂੰ ਉਹਨਾਂ ਨੇ ਲੈ ਲਿਆ। ਅਤੇ ਰਾਮ ਰਾਏ ਨੇ ਫਿਰ ਔਰੰਗਜ਼ੇਬ ਨੂੰ ਜਾ ਕੇ ਕੰਪਲੇਂਟ ਵੀ ਕੀਤੀ ਵੀ ਮੇਰਾ ਹੱਕ ਮੇਰੇ ਭਰਾ ਨੂੰ ਦੇ ਦਿੱਤਾ। ਪਰ ਔਰੰਗਜ਼ੇਬ ਨੇ ਉਸ ਦੀ ਗੱਲ 'ਤੇ ਗੌਰ ਨਹੀਂ ਕੀਤਾ, ਕਿਉਂਕਿ ਉਹਨੂੰ ਪਤਾ ਸੀ ਵੀ ਸਾਰੀ ਸਿੱਖ ਸੰਗਤ ਗੁਰੂ ਹਰਿਰਾਏ ਸਾਹਿਬ ਨਾਲ ਜੁੜੀ ਹੋਈ ਹੈ, ਇਹਦੇ ਨਾਲ ਕੋਈ ਬਹੁਤਾ ਨਹੀਂ ਜੁੜਿਆ। ਸ਼ਾਸਤਰੀ ਬੰਦਾ ਉਹਦੀ ਹੀ ਮਦਦ ਕਰਦਾ ਜਿਹਦੇ ਕੋਲ ਲੋਕ ਹੋਣ ਜਾਂ ਜਿਹਦੇ ਕੋਲ ਤਾਕਤ ਹੋਵੇ। ਸੋ ਰਾਮ ਰਾਏ ਦੀ ਮਦਦ ਨਹੀਂ ਕੀਤੀ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦੁਨੀਆ ਨੂੰ ਤਾਰ ਦੇ ਗਏ। ਸੋ ਸੱਚੇ ਪਾਤਸ਼ਾਹ ਦੀ ਮਿਹਰ ਤਾਰਦੇ ਬਹੁਤ ਉਹਨਾਂ ਨੇ ਭਲਾ ਕੀਤਾ, ਬਹੁਤ ਭਲਾ ਕੀਤਾ। ਦਿੱਲੀ ਨੂੰ ਜਦੋਂ ਗਏ ਉਦੋਂ ਵੀ ਉਹਨਾਂ ਨੇ ਬਹੁਤ ਭਲੇ ਕੀਤੇ। ਜਦੋਂ ਦਿੱਲੀ ਦੇ ਉਸ ਸਥਾਨ 'ਤੇ ਗਏ, ਸਿੱਖ ਸੰਗਤਾਂ ਦੇ ਕੋਲ ਬੈਠੇ, ਸ਼੍ਰੀ ਬੰਗਲਾ ਸਾਹਿਬ ਜੋ ਗੁਰੂ ਸਥਾਨ ਹੈ ਉਸ ਜਗ੍ਹਾ 'ਤੇ ਮਹਾਰਾਜ ਜੀ ਆਸਣ ਲਾਉਂਦੇ, ਉੱਥੇ ਬਹਿੰਦੇ, ਸਿੱਖ ਸੰਗਤਾਂ ਨੂੰ ਉਤਾਰਦੇ। ਸਾਡੇ ਗੁਰੂਆਂ ਨੇ ਉਸ ਸਮੇਂ, ਜਿਸ ਸਮੇਂ ਗੁਰੂ ਕਾਲ ਦੇ ਵਿੱਚ ਸਾਡੇ ਗੁਰੂਆਂ ਨੇ ਜੋ ਦਵਾਖਾਨੇ ਸਨ ਉਹ ਬਹੁਤ ਜ਼ਿਆਦਾ ਉਹਨਾਂ ਨੇ ਜਿਹੜੇ ਨੇ ਪੈਦਾ ਕੀਤੇ। ਔਰ ਦਵਾ ਦਾਰੂ ਜਿਹੜਾ ਸੀ, ਜੜੀ ਬੂਟੀਆਂ ਜਾਂ ਹੋਰ ਉਹ ਚੀਜ਼ਾਂ ਬਹੁਤ ਜ਼ਿਆਦਾ ਸਾਡੇ ਗੁਰੂਆਂ ਨੇ, ਚਾਹੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਗੱਲ ਕਰ ਰਹੀ ਹੈ ਕਿ ਅੱਗੇ ਉਦੋਂ ਜਦੋਂ ਬਿਮਾਰੀਆਂ ਸ਼ੁਰੂ ਹੁੰਦੀਆਂ ਸਨ ਤਾਂ ਇੱਕਦਮ ਹੀ ਹਜ਼ਾਰਾਂ ਅਤੇ ਲੱਖਾਂ ਕਰੋੜਾਂ ਲੋਕਾਂ ਤੱਕ ਬਿਮਾਰੀ ਪਹੁੰਚਦੀ ਸੀ। ਚਾਹੇ ਉਸ ਸਮੇਂ ਹੈਜੇ ਦੀ ਬਿਮਾਰੀ ਹੁੰਦੀ ਸੀ, ਚੇਚਕ ਦੀ ਬਿਮਾਰੀ ਹੁੰਦੀ ਸੀ, ਅਤੇ ਉਹ ਜਿਹੜੀ ਹੈ ਉਹ ਪਿੰਡਾਂ ਦੇ ਪਿੰਡ ਜਿਹੜੀ ਤਬਾਹ ਕਰਦੀ ਹੁੰਦੀ ਸੀ। ਸਾਡੇ ਗੁਰੂ ਸਾਹਿਬਾਨ ਨੇ ਦਵਾਖਾਨੇ ਖੋਲ੍ਹੇ, ਉੱਥੇ ਸਿੱਖਾਂ ਦੀਆਂ ਡਿਊਟੀਆਂ ਲਗਾਈਆਂ। ਗੁਰੂ ਸਾਹਿਬ ਜਦੋਂ ਇੱਦਾਂ ਦੀ ਕੋਈ ਵਿਪਤਾ ਪੈ ਜਾਂਦੀ ਸੀ ਅਤੇ ਆਪ ਜਾ ਕੇ ਸੇਵਾਵਾਂ ਕਰਦੇ ਹੁੰਦੇ ਸਨ। ਲਾਹੌਰ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਆਪ ਜਾ ਕੇ ਹੱਥਾਂ ਦੇ ਨਾਲ ਸੇਵਾ ਕਰਦੇ ਹੁੰਦੇ ਸਨ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਿੱਲੀ ਵਿੱਚ ਹੈਜੇ ਦੀ ਬਿਮਾਰੀ ਫੈਲ ਗਈ, ਬਾਅਦ ਵਿੱਚ ਚੇਚਕ ਦੀ ਫੈਲੀ। ਪਹਿਲਾਂ ਤਾਂ ਉਹ ਆਪ ਆਪਣੇ ਹੱਥਾਂ ਦੇ ਨਾਲ ਮਰੀਜ਼ਾਂ ਦੀ ਸੇਵਾ ਕਰਦੇ ਰਹੇ, ਆਪ ਆਪਣੇ ਹੱਥਾਂ ਦੇ ਨਾਲ ਦਵਾ ਦਾਰੂ ਵੰਡਦੇ ਰਹੇ। ਅਤੇ ਬਾਅਦ ਵਿੱਚ ਆਪ ਵੀ ਜਿਹੜੇ ਸੀ, ਕਿਉਂਕਿ ਜਿਵੇਂ ਪਹਿਲਾਂ ਬੇਨਤੀ ਕੀਤੀ ਹੈ ਵੀ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਉਹ ਵੀ ਸਖਤ ਬਿਮਾਰ ਹੋਣ ਤੋਂ ਬਾਅਦ ਉਹਨਾਂ ਨੂੰ ਵੀ ਕਹਿੰਦੇ ਭਿਆਨਕ ਬਿਮਾਰੀ ਦਾ ਸ਼ਿਕਾਰ ਹੋਣਾ ਪਿਆ। ਬਿਮਾਰੀ ਕੋਈ ਘੇਰ ਨਹੀਂ ਸਕਦੀ, ਇੱਕ ਬਹਾਨਾ ਹੁੰਦਾ।
ਸੋ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਨੇ ਉਸ ਦਿੱਲੀ ਦੀ ਧਰਤੀ 'ਤੇ ਆਪਣੇ ਜੋ ਦਾਦਾ ਜੀ ਲੱਗਦੇ ਸਨ ਆਪਣੇ ਰਿਸ਼ਤੇ ਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਜੀ, ਉਹਨਾਂ ਵੱਲ ਇਸ਼ਾਰਾ ਕਰਕੇ ਬਾਬਾ ਬਕਾਲਾ ਕਹਿ ਕੇ ਅਤੇ ਇਸ ਸੰਸਾਰ ਤੋਂ ਉਸ ਅਕਾਲ ਪੁਰਖ ਦੇ ਨਾਲ ਜੋਤੀ ਵਿੱਚ ਜੋਤ ਰਲ ਜਾਂਦੀ ਹੈ, ਮਿਲ ਜਾਂਦੀ ਹੈ। ਅਤੇ ਅਗਲਾ ਜੋ ਕਾਲਜ ਸ਼ੁਰੂ ਹੁੰਦਾ, ਅਸੀਂ ਬੜੀ ਵਾਰ ਸੁਣਿਆ ਹੈ ਬਾਬਾ ਬਕਾਲਾ ਸਾਹਿਬ ਦੀ ਧਰਤੀ 'ਤੇ ਫਿਰ ਇੱਕ ਅਲੱਗ ਇੱਕ ਪ੍ਰਮਾਣ ਬਣਦਾ, ਸਾਖੀ ਬਣਦੀ ਹੈ, ਇੱਕ ਪ੍ਰਸੰਗ ਬਣਦਾ। ਸੋ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਛੋਟੀ ਉਮਰ ਦੇ ਵਿੱਚ ਹੀ ਬਹੁਤ ਵੱਡੇ ਕਾਰਜ ਕਰ ਦਿੱਤੇ। ਉਹਨਾਂ ਦਾ ਨਾਮ ਹੀ ਐਸਾ ਹੈ ਕਿ ਜਿਹੜਾ ਉਹਨਾਂ ਨੂੰ ਯਾਦ ਕਰਦਾ, ਅਸੀਂ ਰੋਜ਼ ਪੜ੍ਹਦੇ ਹਾਂ ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ। ਮਤਲਬ ਭਾਵਨਾ ਦੇ ਨਾਲ, ਪ੍ਰੇਮ ਦੇ ਨਾਲ, ਜਿਹੜਾ ਅੰਦਰੋਂ ਸ਼ਰਧਾ ਦੇ ਨਾਲ ਸਾਫ਼ ਹੋ ਕੇ ਅੰਦਰ ਦੋਈ ਦਵੈਤ ਦੁਬਿਧਾ ਨਾ ਹੋਵੇ, ਭਰਮ ਨਾ ਹੋਵੇ, ਇਸ ਤਰ੍ਹਾਂ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਨੂੰ ਯਾਦ ਕਰਦਾ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਉਸ ਨੂੰ ਖੁਸ਼ੀਆਂ ਦਿੰਦੇ ਹਨ, ਉਸ ਦੀ ਝੋਲੀ ਭਰਦੇ ਹਨ। ਸੋ ਲੜੀਵਾਰ ਸ਼ਬਦ ਦੀ ਵਿਚਾਰ ਪ੍ਰਮਾਣ ਸਹਿਤ ਮਹਾਰਾਜ ਜੀ ਨੇ ਸੇਵਾ ਲਈ ਹੈ। ਗੁਰੂ ਸਾਹਿਬ ਇਸ ਦਾ ਸਾਰਾ ਭਾਵ ਅਰਥ ਸਾਡੇ ਹਿਰਦੇ ਵਿੱਚ ਵਸਾਉਣ ਔਰ ਸਾਡਾ ਜੀਵਨ ਗੁਰਮਤਿ ਵਾਲਾ ਬਣੇ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।